ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਹਰ ਰੋਜ਼ ਦੀ ਤਰ੍ਹਾਂ ਇੱਕ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ, ਮਹੱਲੇ ਪਹਿਲੇ ਦੀ ਬਾਣੀ ਅਸ਼ਟਪਦੀਆਂ, 8 ਪਦੇ ਦਾ ਸ਼ਬਦ ਹੈ। ਇੱਕ ਪਦਾ 2 ਪੰਕਤੀਆਂ ਵੀ ਨੇ, ਕਿਸੇ ਦੇ ਵਿੱਚ 3 ਵੀ ਨੇ, 4 ਵੀ ਹੋ ਸਕਦੀਆਂ ਨੇ। ਕੱਲ ਆਪਾਂ ਵਿਚਾਰ ਰਹੇ ਸੀ ਕਿ ਇਹ ਸੰਸਾਰ ਜਿਹੜਾ ਹੈ, ਕੋਈ ਵਿਰਲਾ ਜੀਵ ਹੁੰਦਾ ਹੈ ਜਿਹੜਾ ਇੱਥੇ ਇਹਨਾਂ ਚੀਜ਼ਾਂ ਤੋਂ ਨਿਰਾਸ਼ ਹੋ ਕੇ ਰਹਿੰਦਾ ਹੈ। ਆਸ਼ਾ ਤੋਂ ਨਿਰਾਸ਼। ਕੀ ਮਤਲਬ ਹੁੰਦਾ ਹੈ ਨਿਰਾਸ਼ਾ ਦਾ? ਜਦੋਂ ਸਾਨੂੰ ਪਤਾ ਚੱਲ ਜਾਂਦਾ ਹੈ, ਸੋਝੀ ਹੋ ਜਾਂਦੀ ਹੈ ਕਿ ਜਿਨ੍ਹਾਂ ਜੀਵਾਂ ਨੂੰ ਪਰਮੇਸ਼ਰ ਉਹਨਾਂ ਦੀ ਪ੍ਰਾਲਬਤ ਵੀ ਪਾਈ ਗਈ ਹੈ, ਉਹਨਾਂ ਦੀ ਜੋ ਪ੍ਰਾਲਬਤ ਹੈ ਸੰਸਾਰ ਦੇ ਵਿੱਚ, ਜੋ ਉਹਨਾਂ ਨੂੰ ਮਿਲਣਾ ਹੈ ਉਹ ਮਿਲਣਾ ਹੀ ਹੈ। ਨਾ ਉਸ ਤੋਂ ਜ਼ਿਆਦਾ ਮਿਲਣਾ ਹੈ ਤੇ ਨਾ ਉਸ ਤੋਂ ਘੱਟ ਮਿਲਣਾ ਹੈ। ਜੇ ਆਪਾਂ ਜ਼ਿਆਦਾ ਆਸ਼ਾਵਾਂ ਵਿੱਚ ਰਹਿੰਦੇ ਹਾਂ, ਦੁਖੀ ਹੋ ਜਾਂਦਾ ਹੈ ਜੀਵ। ਜੇ ਨਿਰਾਸ਼ਾ ਰਹੇਗਾ, ਫਿਰ ਉਸਨੂੰ ਜਦੋਂ ਮਿਲਦਾ ਹੈ ਫਿਰ ਉਹ ਖੁਸ਼ ਰਹਿੰਦਾ ਹੈ, ਕਿਉਂਕਿ ਆਸ਼ਾਵਾਂ ਇੰਨੀਆਂ ਵਧਾ ਲੈਂਦੇ ਹਾਂ ਜਿਹੜੀਆਂ ਪੂਰੀਆਂ ਹੋਣੀਆਂ ਮੁਸ਼ਕਿਲ ਹੁੰਦੀਆਂ ਨੇ, ਤੇ ਫਿਰ ਜੀਵ ਦੁਖੀ ਹੁੰਦਾ ਹੈ। ਇਸ ਕਰਕੇ ਜੇ ਸੋਝੀ ਹੋ ਜਾਂਦੀ ਹੈ, ਉਹ ਫਿਰ ਨਿਰਾਸ਼ ਰਹਿੰਦੇ ਨੇ ਕਿ ਆਸ਼ਾ ਨਹੀਂ ਰੱਖਦੇ, ਕਿਉਂਕਿ ਜੋ ਮਾਲਕ ਨੇ ਉਹਨਾਂ ਨੂੰ ਦੇਣਾ ਹੈ ਉਹ ਮਿਲਣਾ ਹੀ ਹੈ। ਉਹ ਸਾਡਾ ਕੋਈ ਚੁਰਾ ਨਹੀਂ ਸਕਦਾ, ਉਸ ਤੋਂ ਜ਼ਿਆਦਾ ਨਹੀਂ ਮਿਲਣਾ, ਉਸ ਤੋਂ ਘੱਟ ਨਹੀਂ ਮਿਲਣਾ, ਕਿਉਂਕਿ ਜੀਵਨ ਐਸਾ ਹੈ ਸਾਡਾ, ਜਿਵੇਂ ਸੰਸਾਰ ਹੈ, ਸੰਸਾਰ ਦੇ ਵਿੱਚ ਮੌਸਮ ਬਦਲਦੇ ਨੇ, ਏਦਾਂ ਹੀ ਸਾਡੇ ਜੀਵਨ ਦੇ ਵਿੱਚ ਵੀ ਇਹ ਬਦਲਾ ਆਉਂਦਾ ਰਹਿੰਦਾ ਹੈ। ਕਦੇ ਖੁਸ਼ੀ, ਕਦੇ ਗਮੀ, ਕਦੇ ਲਾਭ, ਕਦੇ ਹਾਨੀ, ਕਦੇ ਮਾਣ, ਕਦੇ ਅਪਮਾਨ, ਖੁਸ਼ੀ, ਸੋਗ, ਇਹ ਚੱਲਦਾ ਰਹਿੰਦਾ ਹੈ ਆਪਣੇ ਜੀਵਨ ਦੇ ਵਿੱਚ। ਜਿਹਦੇ ਆਸ਼ਾ ਰੱਖਾਂਗੇ ਜ਼ਿਆਦਾ, ਫਿਰ ਦੁੱਖ ਆਉਂਦਾ ਹੈ। ਇਸ ਕਰਕੇ ਉਸਦੇ ਭਾਣੇ ਦੇ ਵਿੱਚ ਰਹਿੰਦੇ ਹਾਂ। ਜਿਹੜੇ ਰਹਿੰਦੇ ਨੇ ਬਿਰਲੇ ਨੇ, ਉਹ ਫਿਰ ਸਮਝਾਉਂਦੇ ਨੇ, ਜੋ ਦੀਸੈ ਸੋ ਆਸ ਨਿਰਾਸਾ। ਜੋ ਸੰਸਾਰ ਹੈ, ਇਸ ਦੀਆਂ ਆਸ਼ਾ ਤੋਂ ਨਿਰਾਸ਼। ਇਹ ਨਹੀਂ ਕਿ ਉਸ ਨੂੰ ਕੁਛ ਚਾਹੀਦਾ ਨਹੀਂ, ਲੇਕਿਨ ਬਿਨਾਂ ਆਸ ਤੋਂ ਵੀ ਮਿਲਦਾ ਹੈ, ਕਿਉਂਕਿ ਉਸ ਮਾਲਿਕ ਨੇ ਜਿਸ ਨੇ ਸਾਨੂੰ ਪੈਦਾ ਕੀਤਾ ਹੈ, 84 ਲੱਖ ਜੂਨ ਪੈਦਾ ਕੀਤੀ ਹੈ, ਸਾਰਿਆਂ ਨੂੰ ਪਾਲਦਾ ਹੈ, ਸਾਰਿਆਂ ਦਾ ਰਿਜ਼ਕ ਵੀ ਪੈਦਾ ਕੀਤਾ ਹੈ। ਮਹਾਰਾਜ ਸਮਝਾਉਂਦੇ ਨੇ ਕਿ ਮਾਲਕ ਬਾਅਦ ਦੇ ਵਿੱਚ ਪੈਦਾ ਕਰਦਾ ਹੈ, ਪਹਿਲਾਂ ਉਸਦਾ ਰਿਜ਼ਕ ਭੇਜ ਦਿੰਦਾ ਹੈ। ਜੀ ਜੰਤ ਸਭ ਪਾਸ਼ਾ ਕਰਿਆ, ਪ੍ਰਥਮੇ ਰਿਜ਼ਕ ਸਮਾਹੇ। ਇਸ ਕਰਕੇ ਉਹ ਜੀਵ ਫਿਰ ਉਸ ਦੇ ਭਾਣੇ ਦੇ ਵਿੱਚ ਰਹਿੰਦੇ ਨੇ, ਉਸ ਦੀ ਰਜਾ ਦੇ ਵਿੱਚ ਰਹਿੰਦੇ ਨੇ।
ਜੋ ਦੀਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਖ ਪਿਆਸਾ। ਕਾਮ ਤੋਂ, ਕ੍ਰੋਧ ਤੋਂ, ਤ੍ਰੈ ਗੁਣਾਂ ਦੇ ਸੰਸਾਰ ਦੀ ਜਿਹੜੀ ਭੁੱਖ ਹੈ, ਜਿਹਦੇ ਵਿੱਚ ਸੰਸਾਰ ਨੂੰ ਪਿਆਸ ਲੱਗੀ ਹੈ ਮਾਇਆ ਦੀ, ਇਸ ਤੋਂ ਨਾਨਕ ਬਿਰਲੇ ਮਿਲੇ ਉਦਾਸ। ਵੀ ਵਿਰਲੇ ਨੇ ਐਸੇ ਜਿਹੜੇ ਇਹਨਾਂ ਤੋਂ ਉਦਾਸ ਰਹਿੰਦੇ ਨੇ, ਨਿਰਾਸ਼ ਰਹਿੰਦੇ ਨੇ। ਇਹ ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਵਿਚਾਰਦੇ ਹਾਂ ਗੌੜੀ ਰਾਗ ਦੇ ਵਿੱਚ। ਮਹੱਲੇ ਪਹਿਲੇ ਦਾ ਸ਼ਬਦ ਹੈ ਰਹੋ ਪੰਕਤੀਆਂ ਨੇ। ਦਰਸ਼ਨ ਦੇਖ ਭਈ ਮਤ ਪੂਰੀ, 68 ਮੱਜਨ ਚਰਨ ਤੁਰੀ। ਵੀ ਜਿਹੜੇ ਉਸ ਪ੍ਰਭੂ ਦੇ ਦਰਸ਼ਨ ਕਰ ਲੈਂਦੇ ਨੇ, ਉਸ ਨੂੰ ਦੇਖ ਲੈਂਦੇ ਨੇ, ਉਹਨਾਂ ਦੀ ਮਤ ਫਿਰ ਪੂਰੀ ਮਤ ਹੁੰਦੀ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਮਾਲਕ ਵਸਦਾ ਹੈ, ਜਿਸ ਤੇ ਉੱਪਰ ਮਹਾਰਾਜ ਸਮਝਾਉਂਦੇ ਨੇ ਫਿਰ ਹੋਰ ਕੋਈ ਵਿਚਾਰ ਨਹੀਂ ਹੁੰਦੀ। जिसके अंतर बसा है निरंकार, तिसते ऊपर नहीं विचार। उस तो ऊपर फिर विचार नहीं है। इस करके वो विचार फिर मालक पूरी मत देंदा है। जदों पूरे नूं पा लेंदे हां, आप मालक साडी मत पूरी कर दिंदा है। पर ਤਾਂ ਹੀ ਹੁੰਦਾ ਹੈ ਜੇ ਆਪਾਂ ਉਹਦੇ ਵਿੱਚ ਸਮਝ ਜਾਈਏ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਾਟ ਬਾਦ ਕਿਛ ਨਾਹੀ, ਨਾਨਕ ਗੁਰਮੁਖ ਐਸੇ ਜਾਣੇ ਪੂਰੇ ਮਾਹੇ ਸਮਾਹੀ। ਵੀ ਜਦ ਪੂਰੇ ਸਮਝ ਜਾਂਦਾ ਹੈ ਫਿਰ ਮਤ ਪੂਰੀ ਹੈ। 68 ਮੱਜਨ ਚਰਨ ਤੂਰੀ। ਫਿਰ ਉਹਨਾਂ ਜਨਾਂ ਨੂੰ ਜਿਨ੍ਹਾਂ ਨੇ ਉਸ ਪ੍ਰਭੂ ਦੇ ਦਰਸ਼ਨ ਕਰ ਲਏ ਨੇ, ਉਸ ਨੂੰ ਜਾਣ ਲਿਆ ਹੈ, ਉਹਨਾਂ ਦੇ ਵਚਨਾਂ ਦੇ ਵਿੱਚ, ਵਚਨਾਂ ਦੁਆਰਾ ਫਿਰ ਸਾਡਾ ਮਨ ਹੈ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ। ਉਹਨਾਂ ਦਾ ਵਚਨ ਕਿਹੜਾ ਹੁੰਦਾ ਹੈ? ਗੁਰ ਦਾ ਗਿਆਨ। ਉਹ ਗੁਰ ਦਿੰਦੇ ਨੇ ਜਿਨ੍ਹਾਂ ਆਪ ਪ੍ਰਭੂ ਨੂੰ ਦੇਖਿਆ ਹੈ। ਉਹਨਾਂ ਦੇ ਵਚਨਾਂ ਨੂੰ ਸੁਣ ਕੇ ਮੰਨਣ ਦੇ ਨਾਲ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਨ, ਸੁਣਿਆ ਲਾਗੈ ਸਹਿਜ ਧਿਆਨ। ਤੇ ਉਹਨਾਂ ਦੇ ਵਚਨ ਸੁਣਨ ਦੇ ਨਾਲ 68 ਮੱਜਨ ਚਰਨ ਤੂਰੀ। ਉਹਨਾਂ ਦੇ ਵਚਨ ਗਿਆਨ, ਚਰਨ ਕੀ ਨੇ? ਗਿਆਨ। ਇਹ ਰਹੋ ਪੰਕਤੀਆਂ ਨੇ, ਇਹ ਸ਼ਬਦੀਆਂ। ਸ਼ਬਦ ਸ਼ੁਰੂ ਕਰਦੇ ਹਾਂ। ਐਸਾ ਦਾ ਐਸੋ ਦਾਸ ਮਿਲੈ ਸੁਖ ਹੋਈ। ਵੀ ਐਸਾ ਦਾਸ ਮਿਲੇ ਕੋਈ ਜਿਹੜਾ ਉਸ ਪ੍ਰਭੂ ਨੂੰ ਦਰਸ਼ਨ ਕਰਦਾ ਹੈ, ਉਸ ਨੂੰ ਦੇਖਦਾ ਹੈ, ਜਿਨ੍ਹਾਂ ਦੇ ਗਿਆਨ ਦੁਆਰਾ ਸਾਡਾ ਮਨ ਦਾ ਇਸ਼ਨਾਨ ਹੋ ਜਾਂਦਾ ਹੈ। ਦੁੱਖ ਵਿਸਰੈ ਪਾਵੈ ਸਚ ਸੋਈ। ਜਿਨੇ ਪੂਰੇ ਸੱਚ ਨੂੰ ਪਾਇਆ ਹੈ, ਤ੍ਰੈ ਗੁਣਾਂ ਦੇ ਦੁੱਖਾਂ ਤੋਂ ਰਹਿਤ ਹੋ ਕੇ ਮਨ ਉਸ ਪੂਰੇ ਸੱਚ ਦੇ ਵਿੱਚ ਮਿਲਿਆ ਹੈ, ਐਸਾ ਕੋਈ ਦਾਸ ਮਿਲ ਜਾਵੇ ਫਿਰ ਸੁਖ ਪ੍ਰਾਪਤ ਹੁੰਦਾ ਹੈ। ਨੇਤਰ ਸੰਤੋਖੇ ਇੱਕ ਲਿਵ ਤਾਰਾ। ਇੱਕ ਲਿਵ ਜੋੜੀ ਹੈ ਪਰਮੇਸ਼ਰ ਦੇ ਨਾਲ, ਨੇਤਰਾਂ ਨੂੰ ਸੰਤੋਖਿਆ ਹੈ, ਇੱਕ ਦ੍ਰਿਸ਼ਟ ਹੋਏ ਨੇ ਤੇ ਉਸ ਪ੍ਰਭੂ ਦੇ ਨਾਲ ਲਿਵ ਜੁੜੀ ਹੈ, ਲਗਾਤਾਰ ਲਿਵ ਜੁੜੀ ਰਹਿੰਦੀ ਹੈ। ਜਿਹਬਾ ਸੂਚੀ ਹਰ ਰਸ ਸਾਰਾ। ਫਿਰ ਜਦੋਂ ਚ ਸਮਾਉਂਦਾ ਹੈ ਜੀਵ, ਨੇਤਰਾਂ ਨਾਲ ਦੇਖਦਾ ਹੈ, ਉਸ ਦੇ ਦਰਸ਼ਨ ਕਰਦਾ ਹੈ, ਸਦਾ ਨੇਤਰ ਸੰਤੋਖੇ ਰਹਿੰਦੇ ਨੇ, ਫਿਰ ਜੇਬਾ ਵੀ ਸੂਚੀ ਹੋ ਜਾਂਦੀ ਹੈ। ऐसे जीवन दी जेबा भी सूची है, क्योंकि वो सूची जेबा द्वारा ही ये फिर हरि दे बचन बोलता है, क्योंकि उस कोल हरि दा रस है। हरि दे रस दे विच
ਜੇਬਾ ਜਦੋਂ ਉਸ ਦੇ ਬਚਨ ਗਾਉਂਦੀ ਹੈ, ਸੁੱਚੀ ਹੁੰਦੀ ਹੈ, ਤਾਂ ਹੀ ਉਸ ਦਾ ਗਿਆਨ ਦਿੰਦੀ ਹੈ। ਆ ਮਾਲਕ ਇਹ ਅੰਮ੍ਰਿਤ ਦਾ ਦਾਤ ਬਖਸ਼ਦਾ ਹੈ, ਸ਼ਬਦ ਦੀ ਦਾਤ ਬਖਸ਼ਦਾ ਹੈ। ਸੱਚ ਕਰਨੀ ਅਬ ਅੰਤਰ ਸੇਵਾ, ਫਿਰ ਉਹਨਾਂ ਦੀ ਕਰਨੀ ਸੱਚੀ ਹੈ। ਸੇਵਾ ਕਿਸ ਦੀ ਕਰਦੇ ਨੇ? ਅਬ ਹੈ ਪਥ। ਅਬ ਕਿਸ ਨੂੰ ਕਹਿੰਦੇ ਨੇ? ਪ੍ਰਕਾਸ਼ ਨੂੰ। ਅੰਤਰ ਪ੍ਰਕਾਸ਼ ਹੈ, ਮਨ ਦਰਸ਼ਨ ਕਰਦਾ ਹੈ, ਸਮਾਉਂਦਾ ਹੈ, ਉਸ ਦੀ ਸੇਵਾ ਕਰਦਾ ਹੈ, ਤੇ ਸੱਚੀ ਕਰਨੀ ਹੈ। ਕਿਉਂਕਿ ਸੰਸਾਰ ਦੀ ਸੇਵਾ ਕਰਨੀ ਜਿਹੜੀ ਹੈ ਇਹ ਦੂਜੇ ਦੀ ਸੇਵਾ ਹੈ। ਪ੍ਰਕਾਸ਼ ਦੀ ਸੇਵਾ, ਪਰਮੇਸ਼ਰ ਦੀ ਸੇਵਾ ਕਰਨੀ ਜਿਹੜੀ ਹੈ ਉਹ ਸੱਚੀ ਸੇਵਾ ਹੈ, ਜਿਸ ਸੇਵਾ ਦੇ ਨਾਲ ਸਾਨੂੰ ਮੁਕਤੀ ਮਿਲਣੀ ਹੈ। ਇਸ ਕਰਕੇ ਹੀ ਸਤਿਗੁਰੂ ਸਮਝਾਉਂਦੇ ਨੇ ਕਿ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਸੇਵਾ ਕਰੋ ਸਫਲ ਹਰ ਗੁਰ ਦਰਸ਼ਨ ਦੀ। ਜਿਤ ਲੇਖਾ ਮੰਗ, ਫਿਰ ਲੇਖਾ ਮੰਗੇ ਨਾ ਕੋਈ। ਮਨ ਤ੍ਰਿਪਤਾਸਿਆ ਅਲਖ ਅਪੇਵਾ। ਅਲਖ ਮਾਲਕ, ਅਪੇਵ ਜੋ ਹੈ ਉਸ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਂਦਾ ਹੈ। ਐਸਾ ਜਾਣੋ ਜਿਹੜਾ ਜਿਹਦੇ ਹੁਣ ਵਿਚਾਰ ਆਪਾਂ ਕਰ ਰਹੇ ਹਾਂ, ਜਿਹੜੇ ਉਸ ਪ੍ਰਭੂ ਦੇ ਦਰਸ਼ਨ ਕਰਦੇ ਨੇ ਉਹਨਾਂ ਦੀ ਅਵਸਥਾ ਸਮਝਾ ਰਹੇ ਨੇ। ਵਿੱਚ ਐਸਾ ਕੋਈ ਦਾਸ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਵਿਚਰਦਾ ਹੋਵੇ। ਜਹ ਜਹ ਦੇਖੋ ਤਹ ਤਹ ਸਾਚਾ, ਜਿੱਥੇ ਵੀ ਦੇਖੇ ਹਰ ਥਾਂ ਮਾਲਕ ਵਸਦਾ ਹੋਵੇ। ਬਿਨ ਬੂਝੇ ਝਗਰਤ ਜਗ ਕਾਚਾ। ਜਿੰਨੀ ਦੇਰ ਉਸ ਦਿਨ ਬੁੱਝ ਨਹੀਂ ਲੈਂਦਾ, ਉਸ ਨੂੰ ਜਾਣ ਨਹੀਂ ਲੈਂਦਾ, ਉਸ ਦੇ ਦਰਸ਼ਨ ਨਹੀਂ ਕਰ ਲੈਂਦਾ, ਸੰਸਾਰ ਕੱਚਾ ਹੈ। ਉਸ ਪ੍ਰਭੂ ਤੋਂ ਬਿਨਾਂ, ਮਿਲਿਆਂ ਤੋਂ ਬਿਨਾਂ ਇਹ ਝਗੜਾ ਕਰਦਾ ਹੈ। ਝਗੜਾ ਉਹੀ ਕਰਦਾ ਹੈ ਜਿਸ ਨੇ ਪਰਮੇਸ਼ਰ ਨੂੰ ਦੇਖਿਆ ਨਹੀਂ ਹੈ। ਉਹੀ ਇੱਥੇ ਵੈਰ ਵਿਰੋਧ ਵਿੱਚ, ਧਰਮਾਂ ਦੇ ਵੈਰ ਵਿਰੋਧ ਦੇ ਵਿੱਚ ਵਿਚਰਦਾ ਹੈ। ਕਿਉਂਕਿ ਜਦੋਂ ਉਸ ਨੂੰ ਜਾਣ ਲਿਆ ਫਿਰ ਦੂਜਾ ਹੈ ਹੀ ਕੋਈ ਨਹੀਂ। ਫਿਰ ਕੌਣ ਚੰਗਾ ਕੌਣ ਮਾੜਾ, ਜਦ ਆਪਾਂ ਪੈਦਾ ਹੀ ਇੱਕ ਤੋਂ ਹੋਏ ਹਾਂ। ਜਿਸ ਪਰਮੇਸ਼ਰ ਨੇ ਆਪਣੇ ਤੋਂ ਪਹਿਲਾਂ ਪ੍ਰਕਾਸ਼ ਨੂਰ ਪੈਦਾ ਕੀਤਾ ਹੈ, ਫਿਰ ਉਸ ਪ੍ਰਕਾਸ਼ ਤੋਂ ਪੌਣ ਪੈਦਾ ਹੋਈ ਹੈ। ਪੌਣ ਦੁਆਰਾ ਪਾਣੀ, ਅਗਨ, ਇਹ ਕੁਦਰਤ ਸਾਜੀ ਗਈ ਹੈ। ਜਦ ਸਾਰਾ ਕੁਛ ਉਸੇ ਤੋਂ ਪੈਦਾ ਹੋਇਆ ਹੈ, ਉਸੇ ਦੇ ਆਪਾਂ ਹਾਂ, ਤੇ ਫਿਰ ਚੰਗਾ ਤੇ ਮਾੜਾ ਕੀ ਹੈ? ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਉਂਕਿ ਝਗੜਾ ਉਦੋਂ ਹੈ ਜਦੋਂ ਅਸੀਂ ਉਸ ਨੂੰ ਬੁਝਿਆ ਨਹੀਂ ਹੈ। ਉੱਥੇ ਹੀ ਝਗੜਾ ਹੈ ਕਿ ਮੇਰਾ ਰੱਬ ਵੱਡਾ ਹੈ, ਮੇਰਾ ਰੱਬ ਵੱਡਾ ਹੈ। ਹਰ ਕੋਈ ਕਹਿੰਦਾ ਹੈ ਸਾਡਾ ਰੱਬ ਵੱਡਾ ਹੈ, ਕਿਉਂਕਿ ਅਸੀਂ ਨਾਮ ਉਸਦੇ ਵੱਖਰੇ ਵੱਖਰੇ ਰੱਖ ਲਏ। ਇੱਕ ਹੀ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮ ਰੱਖ ਕੇ ਲੜਦੇ ਹਾਂ। ਕੋਈ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ। ਰਾਮ ਵੀ ਉਸੇ ਦਾ ਨਾਮ ਹੈ, ਅੱਲਾ ਵੀ ਉਸੇ ਦਾ ਨਾਮ ਹੈ, ਲੇਕਿਨ ਸੰਸਾਰ ਦੇ ਵਿੱਚ ਝਗੜਾ ਕਰਵਾ ਰਹੇ ਨੇ ਲੋਕ ਰਾਮ ਦੇ ਨਾਂ ਤੇ, ਅੱਲਾ ਦੇ ਨਾਮ ਤੇ, ਕਿਉਂਕਿ ਬੁਝਿਆ ਨਹੀਂ ਹੈ, ਜਾਣਿਆ ਨਹੀਂ ਹੈ। ਗੁਰ ਸਮਝਾਵੈ ਸੋਝੀ ਹੋਈ। ਇਹ ਸੋਝੀ ਤਾਂ ਹੀ ਹੁੰਦੀ ਹੈ ਜੇ ਸਾਨੂੰ ਗੁਰ ਦਾ ਗਿਆਨ ਪ੍ਰਾਪਤ ਹੋ ਜਾਵੇ। ਅਸੀਂ ਗੁਰ ਨੂੰ ਲੈ ਕੇ ਮਨ ਦੇ ਵਿੱਚ ਫਿਰ ਕਮਾਈਏ, ਫਿਰ ਗੁਰ ਸਾਨੂੰ ਇਹ ਸੋਝੀ ਦਿੰਦਾ ਹੈ। ਉਸ ਤੋਂ ਬਿਨਾਂ ਇਹ ਸੋਝੀ ਨਹੀਂ ਹੁੰਦੀ। ਗੁਰਮੁਖ ਵਿਰਲਾ ਬੂਝੈ ਕੋਈ। ਬਿਰਲਾ ਗੁਰਮੁਖ ਜਿਹੜਾ ਇਸ ਨੂੰ ਬੁੱਝਦਾ ਹੈ, ਉਹੀ ਫਿਰ ਦੂਜੇ ਜੀਵਾਂ ਨੂੰ ਗਿਆਨ ਦਿੰਦਾ ਹੈ, ਜਿਸ ਦੁਆਰਾ ਸੋਝੀ ਹੁੰਦੀ ਹੈ।
ਕਰ ਕਿਰਪਾ ਰਾਖੋ ਰਖਵਾਲੇ। ਐਸੇ ਜਨਾਂ ਨੂੰ ਫਿਰ ਆਪ ਕਿਰਪਾ ਕਰਦਾ ਹੈ, ਆਪ ਰਖਵਾਲਾ ਵੀ ਹੁੰਦਾ ਹੈ। ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ ਉਹਨਾਂ ਦੀ ਰਾਖੀ ਵੀ ਕਰਦਾ ਹੈ। ਅੱਜ ਤੋਂ ਨਹੀਂ ਕਰਦਾ ਆਇਆ, ਚੁਗਾ ਤੋਂ ਕਰਦਾ ਆਇਆ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਹਰਨਾਕਸ਼ ਨੂੰ ਮਾਰਿਆ, ਪ੍ਰਹਲਾਦ ਨੂੰ ਤਾਰਿਆ ਆਪ ਮਾਲਕ ਨੇ, ਕਿਉਂਕਿ ਪ੍ਰਹਲਾਦ ਉਸ ਪ੍ਰਭੂ ਦਾ ਭਗਤ ਸੀ ਤੇ ਹਰਨਾਕਸ਼ ਸੀ ਜਿਹੜਾ ਉਸ ਦਾ ਵਿਰੋਧੀ ਸੀ। ਹੰਕਾਰੀਆਂ ਨਿੰਦਕਾਂ ਪਿੱਠ ਤੇ ਨਾਮ ਦਿਓ ਮੁਖ ਲਾਇਆ। ਏਦਾਂ ਹੀ ਹੰਕਾਰੀਆਂ ਨਿੰਦਕਾਂ ਨੂੰ ਪਰਮੇਸ਼ਰ ਪਿੱਠ ਦਿੰਦਾ ਹੈ ਤੇ ਆਪਣੇ ਜਨਾਂ ਨੂੰ ਨਾਮਦੇਵ ਜੀ ਨੂੰ ਸਨਮੁਖ ਕਰ ਲੈਂਦਾ ਹੈ, ਆਪਣੇ ਸਨਮੁਖ ਰੱਖਦਾ ਹੈ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਤੇ ਮਹਾਰਾਜ ਸਮਝਾਉਂਦੇ ਅਸੀਂ ਵੀ ਐਸੇ ਪ੍ਰਭੂ ਦੀ ਸੇਵਾ ਕਰਦੇ ਹਾਂ, ਉਸਦੇ ਜਨ ਵੀ ਐਸੇ ਪ੍ਰਭੂ ਦੀ ਸੇਵਾ ਕਰਦੇ ਨੇ ਜਿਹੜਾ ਅੰਤ ਸਮੇਂ ਸਾਨੂੰ ਵੀ ਛਡਾ ਲੈਂਦਾ ਹੈ। ਐਸਾ ਪ੍ਰਭੂ ਆਪ ਫਿਰ ਸਾਡਾ ਰਖਵਾਲਾ ਹੈ। ਬਿਨ ਬੂਝੇ ਪਸ਼ੂ ਪਏ ਬੇਤਾਲੇ। ਜਿੰਨੀ ਦੇਰ ਅਸੀਂ ਬੁੱਝ ਨਹੀਂ ਲੈਂਦੇ, ਜਾਣ ਨਹੀਂ ਲੈਂਦੇ, ਤੇ ਸਤਿਗੁਰੂ ਜੀ ਸਾਨੂੰ ਇਨਸਾਨ ਨਹੀਂ ਕਹਿੰਦੇ, ਮਨੁੱਖ ਨਹੀਂ ਕਹਿੰਦੇ। ਸਾਡੇ ਕੋਲ ਮਨੁੱਖਾ ਜਨਮ ਤਾਂ ਹੈ, ਲੇਕਿਨ ਅਸੀਂ ਵਿਚਾਰਾਂ ਵੀ ਬੜੀਆਂ ਕਰਦੇ ਹਾਂ, ਪ੍ਰਚਾਰ ਵੀ ਬੜਾ ਕਰਦੇ, ਲੇਕਿਨ ਬੁੱਝੇ ਤੋਂ ਬਿਨਾਂ ਕਰਦੇ हैं। क्योंकि जो बुझ लिया फिर झगड़ा नहीं होएगा। ਜਦੋਂ ਗੁਰਮੁਖ ਹੈ, ਮਹਾਰਾਜ ਸਮਝਾਉਂਦੇ ਨੇ, ਗੁਰਮੁਖ ਬੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਗੁਰਮੁਖ ਰੋਮ ਰੋਮ ਹਰਿ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ। क्योंकि उसने वैर विरोध पैदा नहीं करना, वैर विरोध नूं खत्म करना है। उस प्रभु का ज्ञान देना है, मन का ज्ञान देना है जिथे आपां सारे ही एक रूप हाँ, साडे सारियां दे अंदर एक ही जोत है। पर बिना बुझिया ही, जिन्होंने मर समझाउंदे ने, करतूत पशु की मानस जात, लोक पचारा करे दिन रात। बाहर भेख अंतर अगन बाहर तन स्वा। बाहर भेख अंतर माया, अंदर माया दी मैल है। बाहर भेख द्वारा अपने आप नूं भगत सुधाउंदे। इहदा समझाउंदे ने कि ऐसे जीव ने जिहड़े कि अंदर अगन है, बाहरों बड़ा निमरता च दिसदे ने, पर गल दे विच पत्थर पाया होया है। ऐसे जीवां ने शब्दा नहीं, किसी का छुपाया शब्दा नहीं प्रगट हो जाता है। बाहर भेख अंतर मल माया, शब्द नाही किसी करे छुपाया। बाहर ज्ञान ध्यान इशनान, अंतर व्यापै लोभ स्वान। अंतर अगन बाहर तन स्वा, कल पात्र कैसे तरे अथा। जाके अंतर बसै प्रभ आप, नानक ते जन सहज समात। जिहदे अंदर आ बस जांदा वो सहज विच समा जांदा है। ते एक बारी पे करते ने। इस करके ऐसे जीवां नूं महाराज समझाउंदे ने कि ये पशु ने, ये बेताले ने, इन्हां नूं कोई ज्ञान नहीं है, इस प्रभु दी सिफ़त सलाह नहीं कर सकते। गुर कहया अवर नहीं दूजा। जे असी गुर दा ज्ञान लेंदे हैं जां गुर दे बारे कोई ज्ञान देंदा है, वो प्रभु दी ही सिफ़त सलाह करता है, सारियां दे विच परमेश्वर नूं देखदा है। क्योंकि जिन्हें अपने अंदर मालिक नूं देख लिया, उसने सारियां च ही उस प्रभु नूं देख लिया। मेरा समझाउंदे ने, जो मिलिया हर दीवान स्यो, सो सबनी दीवानी मिलिया।
ਕਿਉਂਕਿ ਉਹ ਸਾਰਿਆਂ ਦੇ, ਜੋ ਇਸਨੇ ਆਪਣੇ ਅੰਦਰ ਮਾਲਕ ਨੂੰ ਜਾਣ ਲਿਆ, ਉਹ ਸਾਰਿਆਂ ਦੇ ਅੰਦਰ ਹੀ ਉਸ ਨੂੰ ਜਾਣ ਲੈਂਦਾ ਹੈ। ਜਿੱਥੇ ਜਾਏ ਤਿੱਥੇ ਉਹ ਸੁਰਖਰੂ, ਜਿੱਥੇ ਵੀ ਜਾਂਦਾ ਹੈ ਉੱਥੇ ਹੀ ਉਹ ਮੁਕਤ ਹੈ। ਤਿਸ ਦੇ ਮੂੰਹ ਡਿਠੈ ਸਭ ਪਾਪੀ ਤਰਿਆ। ਉਹਨਾਂ ਦੇ ਬਚਨਾਂ ਦੁਆਰਾ, ਉਹਨਾਂ ਦਾ ਗਿਆਨ ਲੈ ਕੇ ਪਾਪੀ ਵੀ ਤਰ ਜਾਂਦੇ ਨੇ। ਕੋਈ ਏਦਾਂ ਹੀ ਸਰੀਰ ਦੇ ਦਰਸ਼ਨ ਕਰਨ ਦੇ ਨਾਲ ਨਹੀਂ ਕੁਛ ਹੁੰਦਾ, ਕਿਉਂਕਿ ਉਹ ਮੁੱਖੋਂ ਗਿਆਨ ਦਿੰਦੇ ਨੇ। ਜਿਹੜੇ ਜੀਵ ਸੁਣਦੇ ਨੇ ਪਾਪੀ ਵੀ ਤਰ ਜਾਂਦੇ ਨੇ। ਉਹਨਾਂ ਅੰਦਰ ਨਾਮ ਨਿਦਾਨ ਹੈ, ਨਾਮੋ ਪਰਵਰਿਆ। ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਨਾਮ ਦੇ ਵੱਲੋਂ ਵਰਸਾਏ ਨੇ। ਇਸ ਕਰਕੇ ਉਹ ਜਿੱਥੇ ਵੀ ਜਾਂਦੇ ਨੇ ਗਿਆਨ ਦਿੰਦੇ ਨੇ ਪ੍ਰਭੂ ਦਾ। ਉਹਨਾਂ ਦਾ ਗਿਆਨ ਲੈ ਕੇ ਪਾਪੀ ਵੀ ਤਰ ਜਾਂਦੇ ਨੇ। ਇਸ ਕਰਕੇ ਮੇਰਾ ਸਮਝਾਉਂਦੇ ਨੇ ਬਈ ਫਿਰ ਉਹ ਇੱਕ ਪਰਮੇਸ਼ਰ ਨਾਲ ਹੀ ਜੋੜਦੇ ਨੇ, ਦੂਜੇ ਦੇ ਨਾਲ ਨਹੀਂ ਜੋੜਦੇ। ਜੇ ਗੁਰ ਦਿੰਦੇ ਨੇ ਉਸ ਪ੍ਰਭੂ ਦੀ ਭਗਤੀ ਦਾ ਗੁਰ ਦਿੰਦੇ ਨੇ। ਕਿਸ ਕੋ ਦੇਖ ਕਰੋ ਅਨ ਪੂਜਾ, ਹੋਰ ਦੂਜੇ ਦੀ ਪੂਜਾ ਨਹੀਂ ਕਰਦੇ, ਕਿਉਂਕਿ ਉਸ ਤੋਂ ਬਿਨਾਂ ਦੂਜਾ ਪੂਜਾ ਦੇ ਲਾਇਕ ਨਹੀਂ ਹੈ ਤੇ ਸਾਰਿਆਂ 'ਚ ਆਪ ਹੀ ਬਸਦਾ ਹੈ। ਉਹਦੇ ਵਰਗਾ ਦੂਜਾ ਨਹੀਂ ਹੈ। ਸੰਤ ਹੇਤ ਪ੍ਰਭ ਤਿਰਭਵਨ ਤਾਰੇ। ਆਪ ਪ੍ਰਭੂ ਆਪਣੇ ਸੰਤ ਜਿਹੜੇ ਉਸ ਨੂੰ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ, ਆਪ ਆ ਕੇ ਉਹਨਾਂ ਦੀ ਰਸਨਾ ਤੋਂ ਬੋਲਦਾ ਹੈ, ਤ੍ਰਿਭਵਨਾਂ ਦੇ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਅੰਤਰਗਤ ਜਾ ਕੇ ਦੇਖਦੇ ਹਾਂ, ਫਿਰ ਹਰ ਥਾਂ ਪ੍ਰਗਟ ਹੋ ਜਾਂਦਾ ਹੈ। ਜਿੱਥੇ ਵੀ ਦੇਖਦੇ ਉੱਥੇ ਦਿਸਦਾ ਹੈ। ਕਿਉਂ ਪ੍ਰਗਟ ਹੁੰਦਾ ਹੈ? ਕਿਉਂਕਿ ਆਪਣੇ ਸੰਤਾਂ ਦੇ ਨਾਲ ਪਿਆਰ ਕਰਦਾ ਹੈ। ਤਾਂ ਕਿ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਮਾਂ ਬਾਪ ਬੱਚੇ ਨੂੰ ਪਿਆਰ ਕਰਦੇ ਨੇ ਤੇ ਉਸਦੇ ਸਾਹਮਣੇ ਉਸਦੇ ਨੇੜੇ ਰਹਿੰਦੇ ਨੇ, ਤਾਂ ਕਿ ਬੱਚਾ ਰੋਵੇ ਨਾ, ਦੂਰ ਨਾ। ਜਦੋਂ ਨਹੀਂ ਦੇਖਦਾ ਮਾਤਾ ਨੂੰ, ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਮਾਂ ਪਾਸੇ ਹੋ ਜਾਂਦੀ, ਜਦੋਂ ਛੋਟੇ ਬੱਚੇ ਹੁੰਦੇ ਨੇ, ਏਦਾਂ ਹੀ ਪਰਮੇਸ਼ਰ ਆਪਣੇ ਸੰਤਾਂ ਦੇ ਨਾਲ ਜਦੋਂ ਪਿਆਰ ਕਰਦਾ ਹੈ, ਫਿਰ ਹਰ ਪਾਸੇ ਪ੍ਰਗਟ ਰਹਿੰਦਾ ਹੈ। ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਉਹ ਨਹੀਂ ਹੈ। ਇਸ ਕਰਕੇ ਉਸੇ ਦੀ ਪੂਜਾ, ਉਸੇ ਦੀ ਸੇਵਾ, ਉਸੇ ਦਾ ਗਿਆਨ ਫਿਰ ਦਿੰਦੇ ਨੇ, ਉਸੇ ਤੋਂ ਜਪਦੇ ਨੇ, ਉਸੇ ਦੀ ਸਿਫਤ ਸਲਾਹ ਕਰਦੇ ਨੇ। ਐਸੇ ਜੀਵ ਜਿਹੜੇ ਨੇ ਆਤਮ ਚੀਨੈ ਸੋ ਤਤ ਵਿਚਾਰੈ। ਆਪਣੇ ਮਨ, ਪਹਿਲਾਂ ਮਨ ਦਾ ਗਿਆਨ ਲੈਂਦਾ ਹੈ। ਮਨ ਪ੍ਰਕਾਸ਼ ਹੋ ਕੇ ਆਤਮਾ ਦੇ ਵਿੱਚ ਸਮਾ ਜਾਂਦਾ ਹੈ, ਆਤਮ ਰੂਪ ਹੋ ਜਾਂਦਾ ਹੈ। ਫਿਰ ਆਤਮ ਪਰਮਾਤਮ ਰੂਪ ਹੋ ਜਾਂਦਾ ਹੈ। ਆਤਮਾ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ। ਅੰਦਰੋਂ ਜਦੋਂ ਦੁਚਿੱਤੀ ਖਤਮ ਹੋ ਜਾਂਦੀ, ਦੁਬਿਧਾ ਖਤਮ ਹੋ ਜਾਂਦੀ ਹੈ, ਫਿਰ ਮਨ, ਆਤਮ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ। ਮਹਾਰਾਜ ਸਮਝਾਉਂਦੇ ਨੇ, ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਇਹ ਅਵਸਥਾ ਬਣ ਜਾਂਦੀ ਹੈ। ਫਿਰ ਜਾ ਕੇ ਤਤ ਦੀ ਵਿਚਾਰ ਕੀਤੀ ਜਾਂਦੀ ਹੈ। ਫਿਰ ਗੁਰ ਸ਼ਬਦ ਦੀ ਵਿਚਾਰ ਹੁੰਦੀ ਹੈ, ਗੁਰ ਦਾ ਗਿਆਨ ਦਿੱਤਾ ਜਾਂਦਾ ਹੈ। ਕਿਉਂਕਿ ਆਪ ਮਾਲਕ ਫਿਰ ਇੱਕ ਖਜ਼ਾਨਾ ਦਿੰਦਾ ਹੈ, ਆਪ ਰਸਨਾ ਤੋਂ ਬੋਲਦਾ ਹੈ। ਉੱਥੇ ਫਿਰ ਸਾਨੂੰ ਗਿਆਨੀ ਕਹਿ ਦਿੰਦੇ ਨੇ। ਗੁਰਮੁਖ ਗਿਆਨੀ ਤਤ ਵਿਚਾਰੀ, ਨਾਨਕ ਜਾ ਕੋ ਕਿਰਪਾ ਤਾਰੀ। ਵੀ ਉਹ ਫਿਰ ਤਤ ਦੀ ਵਿਚਾਰ ਕਰਦਾ ਹੈ, ਜਿਸ ਨੂੰ ਆਪ ਫਿਰ ਕਿਰਪਾ ਕਰਦਾ ਹੈ। ਸਾਚ ਹਿਰਦੈ ਸਚ ਪ੍ਰੇਮ ਨਿਵਾਸ। ਸੱਚ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਮਨ ਸੱਚ ਦੇ ਵਿੱਚ ਵਸ ਜਾਂਦਾ ਹੈ। ਪ੍ਰੇਮ ਪੈ ਜਾਂਦਾ ਹੈ। ਇੱਕ ਦੂਜੇ ਤੋਂ ਦੂਰ ਨਹੀਂ ਹੁੰਦੇ। ਜੇ ਸਾਡਾ ਧਿਆਨ ਉਧਰ ਉਧਰ ਜਾਂਦਾ ਵੀ ਹੈ, ਪਰ ਮਾਲਕ ਨਹੀਂ ਵਿਛੋੜਦਾ। ਉਹ ਸਦਾ ਸਾਨੂੰ ਆਪਣੀ ਨਿਗਾਹ ਦੇ ਵਿੱਚ ਰੱਖਦਾ ਹੈ, ਆਪਣੇ
ਦਾਇਰੇ ਦੇ ਵਿੱਚ ਰੱਖਦਾ ਹੈ। ਅਸੀਂ ਜਿੱਥੇ ਮਰਜ਼ੀ ਹੋਈਏ, ਅਸੀਂ ਉਸ ਦੇ ਸਨਮੁਖ ਹੀ ਰਹਿੰਦੇ ਹਾਂ। ਉਸ ਦੇ ਜੋ ਹੈ ਉਸ ਤੋਂ ਕਦੇ ਬਾਹਰ ਨਹੀਂ ਜਾਂਦੇ, ਕਿਉਂਕਿ ਫਿਰ ਸਾਰੇ ਪਾਸੇ ਹੈ। ਜਿੱਥੇ ਮਰਜ਼ੀ ਧਿਆਨ ਜਾਵੇ, ਹਰ ਪਾਸੇ ਉਹ ਮਾਲਕ ਹੀ ਹੈ। ਸਾਚ ਹਿਰਦੈ ਸਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮ ਤਾਕੇ ਦਾਸ। ਤੇ ਮਹਾਰਾਜ ਸਮਝਾਉਂਦੇ ਨੇ ਕਿ ਐਸਾ ਕੋਈ ਜੀਵ ਹੋਵੇ, ਐਸਾ ਕੋਈ ਦਾਸ ਹੋਵੇ ਪ੍ਰਭੂ ਦਾ, ਜਿਹਦੇ ਹਿਰਦੇ 'ਚ ਸੱਚ ਵਸਦਾ ਹੋਵੇ ਤੇ ਸੱਚ ਦੇ ਨਾਲ ਪ੍ਰੇਮ ਹੋਵੇ ਤੇ ਸੱਚ ਉਹਦੇ ਮਨ ਵਿੱਚ ਵਸਦਾ ਹੋਵੇ, ਉਹ ਸੱਚ ਦੇ ਵਿੱਚ ਵਸਦਾ ਹੋਵੇ। ਐਸੇ ਜੀਵਾਂ ਦੇ ਕਹਿੰਦੇ ਅਸੀਂ ਵੀ ਦਾਸ ਹਾਂ। ਪ੍ਰਣਵਤ ਨਾਨਕ ਹਮ ਤਾਕੇ ਦਾਸ। ਤੇ ਐਸਾ ਜੀਵ ਕੋਈ ਵਿਰਲਾ ਹੈ, ਜਿਵੇਂ ਪਿਛਲੇ ਹਫ਼ਤੇ ਵਿੱਚ ਵੀ ਆਪਾਂ ਵਿਚਾਰ ਕੇ ਆਏ ਹਾਂ ਕਿ ਜਿਹੜਾ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਂਦਾ ਹੈ। ਤ੍ਰੈਗੁਣੀ ਜਿਹੜੀ ਵਿਖ ਹੈ, ਇੱਧਰ ਦੀਆਂ ਜੋ ਦਿਸਦਾ ਹੈ, ਕਿਉਂਕਿ ਸੋਝੀ ਹੋ ਜਾਂਦੀ ਹੈ ਕਿ ਜੋ ਦਿਸਦਾ ਹੈ ਇਹ ਵਿਨਸਨਹਰ ਹੈ। ਇੱਕ ਬੱਦਲ ਦੀ ਛਾਂ ਦੀ ਨਿਆਈ ਹੈ। ਕਿੰਨਾ ਕੁ ਚਿਰ ਬੱਦਲ ਦੀ ਛਾਂ ਰਹਿੰਦੀ ਹੈ? ਮਹਾਰਾਜ ਸਮਝਾਉਂਦੇ ਨੇ, ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜੋ ਹੈ ਸਾਰਾ ਬੱਦਲ ਦੀ ਛਾਂ ਦੀ ਨਿਆਈ ਹੈ। ਇਸ ਕਰਕੇ ਅਸੀਂ ਪ੍ਰੇਮ ਕਿਸ ਨਾਲ ਪਾਉਣਾ ਹੈ? ਐਸੀ ਚੀਜ਼ ਦੇ ਨਾਲ ਜਿਹਨੇ ਵਿੰਸ ਜਾਣਾ ਹੈ। ਜਿਵੇਂ ਮਹਾਰਾਜ ਸਮਝਾਉਂਦੇ ਨੇ ਕਿ ਇੱਕ ਦਰਖਤ ਹੈ, ਦਰਖਤ ਵਿਨਸਨਹਾਰ ਹੈ। ਏਦਾਂ ਸਾਡਾ ਸਰੀਰ ਵੀ ਵਿਨਸਨਹਾਰ ਹੈ। ਸਰੀਰ ਨੂੰ ਵੀ ਸਾਡੇ ਨੂੰ ਦਰਖਤ ਕਿਹਾ ਹੈ। ਜੇ ਮਨ ਇਸ ਤਨ ਨਾਲ ਪਿਆਰ ਪਾ ਲੈਂਦਾ ਹੈ, ਇਸਨੇ ਇੱਕ ਦਿਨ ਵਿਰਸਣਾ ਹੈ, ਮਨ ਨੂੰ ਪਛਤਾਉਣਾ ਪੈਂਦਾ ਹੈ। ਜਿਵੇਂ ਆਪਾਂ ਇੱਕ ਦਰਖਤ ਹੈ, ਦਰਖਤ ਦੀ ਛਾਂ ਦੇ ਨਾਲ ਪਿਆਰ ਪਾ ਲਈਏ ਤੇ ਦਰਖਤ ਵਿੰਸ ਜਾਏ ਤੇ ਦੁੱਖ ਹੁੰਦਾ ਹੈ। ਏਦਾਂ ਹੀ ਸਰੀਰ ਵੀ ਵਿਨਸਨਹਾਰ ਹੈ। ਮਨ ਨੇ ਪ੍ਰੇਮ, ਸਰੀਰ ਨਾਲ ਪ੍ਰੇਮ ਨਹੀਂ ਪਾਉਣਾ, ਨਾਮ ਦੇ ਨਾਲ ਪ੍ਰੇਮ ਪਾਉਣਾ ਹੈ। ਬਿਰਖ ਕੀ ਛਾਇਆ ਸੂ ਰੰਗ ਲਾਵੈ, ਉਹ ਬਿਨਸਾ ਹੈ ਉਹ ਮਨ ਪਛਤਾਵੈ। ਜੋ ਦੀਸੈ ਸੋ ਚੱਲਣ ਹਾਰ, ਲਾਪਟ ਰਹੋ ਤਾਂ ਅੰਧ ਅੰਧਾਰ। ਬਟਾਊ ਸਿਓ ਜੋ ਲਾਵੈ ਨੇ, ਤਾਕੋ ਹੱਥ ਨ ਆਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਜਿਨ੍ਹਾਂ ਨੂੰ ਆਪ ਆਪਣੀ ਪ੍ਰੀਤ ਪਾ ਲੈਂਦਾ ਹੈ, ਲਾ ਲੈਂਦਾ ਹੈ, ਉਹ ਫਿਰ ਸੁਖ ਦਿੰਦੀ ਹੈ। ਪ੍ਰਭੂ ਦਾ ਪ੍ਰੇਮ ਹੀ ਸੁਖ ਦਿੰਦਾ ਹੈ, ਜਿਹੜਾ ਫਿਰ ਅਟਲ ਹੈ, ਜਿਹੜਾ ਅਵਿਨਾਸ਼ ਹੈ। ਬਾਕੀ ਸਾਰੇ ਪ੍ਰੇਮ ਨੇ ਜਿਹੜੇ ਟੁੱਟ ਜਾਂਦੇ ਨੇ, ਕਿਉਂਕਿ ਆਪਣੇ ਸੁੱਖਾਂ ਦੇ ਵਾਸਤੇ ਲੱਗੇ ਨੇ। ਜਿਹੜੀ ਸੰਸਾਰ ਦੀ ਪ੍ਰੀਤ ਹੈ, ਉਹ ਮਹਾਰਾਜ ਸਮਝਾਉਂਦੇ ਨੇ ਕਿ ਆਪਣੇ ਹਿੱਤਾਂ ਕਰਕੇ ਲੱਗੇ ਨੇ। ਝੂਠੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹਿਤ ਹਿਤ ਸਿਓ ਸਭ ਲਾਗੇ। ਕਿਆ ਦਾਰਾ ਕਿਆ ਮੀਤ। ਸਾਰੇ ਆਪਣੇ ਹਿੱਤਾਂ ਕਰਕੇ ਲੱਗੇ ਨੇ। ਕੋਈ ਮਿੱਤਰ ਹੈ, ਪਤਨੀ ਹੈ, ਪਤੀ ਹੈ, ਕੋਈ ਵੀ ਹੈ, ਪੁੱਤਰ ਨੇ, ਧੀਆਂ ਨੇ, ਆਪਣੇ ਹਿੱਤਾਂ ਕਰਕੇ ਨੇ। ਇਸ ਕਰਕੇ ਐਸੀ ਪ੍ਰੀਤ ਨੂੰ ਝੂਠੀ ਪ੍ਰੀਤ ਕਿਹਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੈ। ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਕਹਿਤ ਹੈ। ਹਿਤ ਸਿਓ ਬਾਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ। ਮਨ ਮੂਰਖ ਅਜਹੂ ਨਾ ਸਮਝਤ, ਸਿੱਖ ਦਾ ਹਾਰਿਓ ਨੀਤ। ਸਮਝਾਉਂਦੇ ਵੀ ਹਾਂ ਮਨ ਨੂੰ, ਫਿਰ ਵੀ ਮਹਾਰਾਜ ਸਮਝਾਉਂਦੇ ਕਿ ਮਨ ਇੰਨਾ ਮੂਰਖ ਹੈ ਕਿ ਇਹ ਸਮਝਦਾ ਨਹੀਂ ਹੈ ਕਿ ਤੇਰੇ ਅੰਤ ਸਮੇਂ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇੱਥੇ ਬਹੁਤ ਮੇਰਾ ਮੇਰਾ ਤਾਂ ਬਹੁਤ ਕਹਿੰਦੇ, ਪਰ ਅੰਤ ਸਮੇਂ ਸਾਡਾ ਸਾਥ ਛੱਡ ਜਾਣਾ ਹੈ। ਕਿਉਂਕਿ ਅਚਰਜ ਰੀਤ ਹੈ ਇਹ ਨਹੀਂ, ਕਿਉਂਕਿ ਉੱਥੇ ਜਾ ਹੀ ਨਹੀਂ ਸਕਦਾ ਕੋਈ। ਉੱਥੇ ਜੇ ਨਾਲ ਜਾਣਾ ਹੈ ਤਾਂ ਸਾਡੇ ਨਾਲ ਨਾਮ ਨੇ ਜਾਣਾ ਹੈ। ਜੇ ਅਸੀਂ, ਸਾਡਾ ਪ੍ਰੇਮ ਵੀ ਹੈ ਬਹੁਤ, ਫਿਰ ਵੀ ਅਸੀਂ ਉੱਥੇ ਤੱਕ ਨਹੀਂ ਨਿਭਾ ਸਕਦੇ।
ਇਸ ਕਰਕੇ ਜਿੱਥੇ ਸਾਰੇ ਸਾਡਾ ਸਾਥ ਛੱਡ ਜਾਂਦੇ ਨੇ ਉੱਥੇ ਫਿਰ ਆਪ ਮਾਲਕ ਹੀ ਸਾਡੀ ਸਹਾਇਤਾ ਕਰਦਾ ਹੈ, ਉਹ ਹੀ ਨਾਲ ਨਿਭਦਾ ਹੈ। ਸੰਗ ਸਖਾ ਸਭ ਤਜ ਗਇਓ, ਕਉ ਨਾ ਨਿਭਿਓ ਸਾਥ, ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਇੱਕ ਪਰਮੇਸ਼ਰ ਦੀ ਟੇਕ ਰੱਖੀਏ, ਫਿਰ ਉਹੀ ਸਾਡਾ ਸਹਾਇਤਾ ਕਰਦਾ ਹੈ। ਸੋ ਆਓ ਆਪਾਂ ਵੀ ਪ੍ਰੇਮ ਪਾਉਣਾ ਹੈ, ਨੇਤਰਾਂ ਨੂੰ ਸੰਤੋਖਣਾ ਹੈ, ਲਿਵ ਜੋੜਨੀ ਹੈ, ਕਿਉਂਕਿ ਤਾਂ ਹੀ ਆਪਾਂ ਮਨ ਜਿਹੜਾ ਹੈ ਨਿਰਮਲ ਹੋਏਗਾ। ਜੇ ਆਪਾਂ ਪਹਿਲਾਂ ਸਮਝਾਂਗੇ ਗੁਰਬਾਣੀ ਅਨੁਸਾਰ ਕਿ ਕੋਈ ਐਸਾ ਜੀਵ ਹੋਵੇ ਜਿਸ ਤੇ ਫਿਰ ਆਪਾਂ ਗਿਆਨ ਲੈ ਸਕਦੇ, ਉਹਦੇ ਗਿਆਨ ਦੁਆਰਾ ਮਨ ਦਾ ਇਸ਼ਨਾਨ ਕਰਨਾ ਹੈ, ਕਿਉਂਕਿ ਦੋ ਹੀ ਤੀਰਥ ਨੇ ਮਨ ਦੇ ਵਾਸਤੇ, ਇੱਕ ਹੈ ਨਾਮ ਤੇ ਇੱਕ ਹੈ ਅੰਦਰ ਦਾ ਗਿਆਨ। ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਸ਼ਬਦੀ ਵਿਚਾਰ ਜਿਨ੍ਹਾਂ ਨੂੰ ਗਿਆਨ ਹੈ ਇਹ ਅੰਦਰ ਦਾ, ਉਹਨਾਂ ਦੇ ਗੁਰ ਦੇ ਸ਼ਬਦ ਦੁਆਰਾ ਫਿਰ ਆਪਾਂ ਮਨ ਦਾ ਇਸ਼ਨਾਨ ਕਰਦੇ ਹਾਂ, ਜਿਸ ਦੁਆਰਾ ਫਿਰ ਨਾਮ ਪ੍ਰਗਟ ਹੁੰਦਾ ਹੈ। ਫਿਰ ਮਨ ਨਾਮ ਦੇ ਵਿੱਚ ਇਸ਼ਨਾਨ ਕਰਦਾ ਹੈ, ਮਨ ਨਿਰਮਲ ਹੋ ਜਾਏਗਾ ਤੇ ਮਨ ਨਿਰਮਲ ਦੇ ਵਿੱਚ ਆ ਕੇ ਮਾਲਕ ਵਸ ਜਾਂਦਾ ਹੈ। ਮਨ ਪ੍ਰਕਾਸ਼ ਹੋ ਜਾਏਗਾ, ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਸਮਾ ਜਾਂਦਾ ਹੈ। ਜਦ ਤੱਕ ਮਨ ਮੈਲਾ ਹੈ ਤੇ ਮਾਲਕ ਸਾਡੇ ਮਨ ਦੇ ਵਿੱਚ ਨਹੀਂ ਵਸ ਸਕਦਾ। ਮਨ ਨੂੰ ਮੈਲ ਲੱਗੀ ਹੈ ਹਉਮੈ ਦੀ, ਅਸਥੂਲ ਹੋਇਆ ਹੈ, ਕਿਵੇਂ ਇਸ ਦੇ ਵਿੱਚ ਵਸੇਗਾ? ਜਦੋਂ ਇਹ ਪ੍ਰਕਾਸ਼ ਹੋ ਜਾਏਗਾ ਫਿਰ ਵਸਦਾ ਹੈ। ਆਓ ਕਿਵੇਂ ਆਪਾਂ ਪ੍ਰੇਮ ਪਾਉਣਾ ਹੈ, ਕਿਵੇਂ ਆਪਣੇ ਨੇਤਰਾਂ ਨੂੰ ਸੰਤੋਖਣਾ ਹੈ, ਇਹ ਸਾਰਾ ਆਪਾਂ ਵਿਚਾਰਨਾ ਹੈ, ਕਰਨਾ ਹੈ, ਕਿਉਂਕਿ ਆਪਾਂ ਅਭਿਆਸ ਕਰਨਾ ਹੈ। ਦ੍ਰਿਸ਼ਟੀ ਦੁਆਰਾ ਦੇਖਣਾ ਹੀ ਹੈ, ਧਿਆਉਣਾ ਹੀ ਹੈ, ਤੇ ਆਪ ਹੀ ਮਾਲਕ ਜਦੋਂ ਮਨ ਵਿੱਚ ਵਸ ਜਾਂਦਾ ਹੈ ਤੇ ਫਿਰ ਸਾਨੂੰ ਉੱਤਮ ਮਤ ਦਿੰਦਾ ਹੈ, ਸਾਡੀ ਪੂਰੀ ਮਤ ਕਰ ਦਿੰਦਾ ਹੈ। ਮਤ ਪਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਬਿਨਾਸੀ। ਜਿਨ੍ਹਾਂ ਆਪਣੇ ਆਪ ਨੂੰ ਪਹਿਚਾਣ ਲਿਆ, ਆਪਣੇ ਪ੍ਰਕਾਸ਼ ਰੂਪ ਨੂੰ ਪਹਿਚਾਣ ਲਿਆ, ਆਪਣੇ ਮਨ ਦੇ ਪ੍ਰਕਾਸ਼ ਨੂੰ ਜਾਣ ਲਿਆ, ਤੇ ਉਹਨਾਂ ਦੀ ਮਤ ਵੀ ਪੂਰੀ ਹੈ ਤੇ ਅੱਗੇ ਪਤ ਵੀ, ਉੱਥੇ ਘਰ ਵਿੱਚ ਉਹਨਾਂ ਨੂੰ ਮਾਣ ਵੀ ਮਿਲਦਾ ਹੈ, ਉਹਨਾਂ ਦਾ ਦਿੱਤਾ ਗੁਰ ਵੀ ਅੱਗੇ ਪ੍ਰਵਾਨ ਹੁੰਦਾ ਹੈ, ਕਿਉਂਕਿ ਆਪ ਆਪਣੇ ਆਪ ਨੂੰ ਪਹਿਚਾਣਿਆ ਹੈ, ਪ੍ਰਕਾਸ਼ ਰੂਪ ਹੋ ਗਏ ਨੇ, ਉਹਦਾ ਰੂਪ ਹੋ ਗਏ ਨੇ। ਮਨ ਨੇਤਰਾਂ ਦੇ ਵਿੱਚ ਹੈ ਸਾਡਾ ਸਾਰਿਆਂ ਦਾ, ਦੋ ਨੇਤਰ ਨੇ। ਆਪਾਂ ਜਿੱਥੋਂ ਸਵਾਸ ਆਉਂਦਾ ਹੈ ਆਪਾਂ ਇਸ ਅੰਤਰਗਤ ਨੂੰ ਜਾਣਾ ਹੈ, ਇੱਧਰ ਨੂੰ ਆਪਾਂ ਬਾਹਰ ਚੱਲਦਾ ਹੈ, ਇੱਥੇ ਨੂੰ ਧਿਆਨ ਨੂੰ ਲੈ ਕੇ ਜਾਣਾ ਹੈ, ਇਸ ਰਸਤੇ ਨੂੰ। ਪਹਿਲਾਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਨੀ ਹੈ। ਫੋਕਸ ਕਰਕੇ ਆਪਾਂ ਇਹ ਦੇਖਣਾ ਹੈ ਕਿ ਸਾਨੂੰ ਇਹ ਨੱਕ ਦਿਸਦਾ, ਜੇ ਕੋਈ ਨਵਾਂ ਜੀਵ ਹੈ, ਕਿਉਂਕਿ ਆਪਾਂ ਸਾਰਿਆਂ ਨੇ ਹੀ ਇਹ ਚੈੱਕ ਕਰਦੇ ਰਹਿਣਾ ਹੁੰਦਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਕਿਉਂਕਿ ਆਪਾਂ ਜੀਵਨ ਵਿੱਚ ਵਿਚਰਦੇ ਹਾਂ, ਪਤਾ ਨਹੀਂ ਅਣਜਾਣੇ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ। ਪਤਾ ਸਾਨੂੰ ਕਦੋਂ ਲੱਗੇਗਾ? ਜਦੋਂ ਅਸੀਂ ਦੇਖਦੇ ਰਵਾਂਗੇ ਕਿ ਸਤ ਤੋਂ ਕੋਈ ਸਤ ਮਾਲਕ ਸਾਡੇ ਨਾਲ ਗੁੱਸੇ ਨਹੀਂ ਹੋਇਆ, ਕਿਉਂਕਿ ਜੇ ਉਸ ਨੇ ਆਪਣੀ ਕੋਈ ਗਲਤੀ ਜ਼ਿਆਦਾ ਵੱਡੀ ਕਰ ਦਿੱਤੀ ਅਸੀਂ, ਉਹ ਸਾਨੂੰ ਫਿਰ ਲਿਬ ਤੋੜ ਦੇਗਾ, ਫਿਰ ਸਾਨੂੰ ਆਪਣਾ ਨੱਕ ਦਿਸਣਾ ਸ਼ੁਰੂ ਹੋ ਜਾਏਗਾ, ਫਿਰ ਸਾਨੂੰ ਦੋ ਜੋਤਾਂ ਦੇ ਵਿੱਚ ਕਰ ਦੇਗਾ। ਇਸ ਕਰਕੇ ਜਿਹੜੇ ਨਵੇਂ ਨੇ ਉਹਨਾਂ ਵੀ ਦੇਖਣਾ ਹੈ, ਤੇ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਦੇਖਦੇ ਰਹਿਣਾ, ਆਪਣੇ ਰੂਪ ਨੂੰ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਦੇ ਰਹਿਣਾ ਹੁੰਦਾ ਹੈ ਸਮ ਕਰਕੇ। ਤੇ ਜੇ ਕੋਈ ਨਵਾਂ ਹੈ ਉਸਨੇ ਦੇਖਣਾ ਹੈ ਕਿ ਨੱਕ ਦਿਸਦਾ ਹੈ,
ਜੇ ਦਿਸਦਾ ਹੈ ਕਿਸ ਪਾਸਿਓਂ ਦਿਸਦਾ ਹੈ, ਕਿਉਂਕਿ ਜੇ ਦਿਸਦਾ ਦੋ ਦ੍ਰਿਸ਼ਟ ਹੈ, ਜੇ ਨਹੀਂ ਦਿਸਦਾ ਇੱਕ ਦ੍ਰਿਸ਼ਟ ਹੈ। ਜੇ ਦਿਸਦਾ ਫਿਰ ਆਪਾਂ ਦੇਖਣਾ ਵੀ ਕਿਸ ਪਾਸਿਓਂ, ਸੱਜੇ ਪਾਸੇ, ਖੱਬੇ, ਜੰਦ ਵੱਲੋਂ ਦਿਸਦਾ ਹੈ। ਫਿਰ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਮੇਰੇ ਵੱਲ ਦੇਖ ਲਵੋ। ਪਹਿਲਾਂ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਨੀ ਹੈ। ਫਿਰ ਮੈਂ ਇੱਥੋਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਵਾਂਗਾ ਸਾਹਮਣੇ ਵਾਪਸ, ਫਿਰ ਸਾਹਮਣੇ। ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਤੇ ਫੋਕਸ ਕਰਕੇ ਫਿਰ ਆਪਣੇ ਆਪ ਨੂੰ ਦੇਖਣਾ ਹੈ। ਆਓ ਪਹਿਲਾਂ ਨੇਤਰ ਸਮ ਕਰੀਏ। आओ ध्यान सामने लेके आओ, सामने देखो। मस्तक के सामने ले जो पलका उत्ते चुक दो। फिर सामने लेके आओ। फिर सम करके देखो, दृष्टि फोकस करके फिर इस पॉइंट से देखो अपने आप ने। जे कोई नवा जीव है, जे नक दिसता सी, उसने देखना है कि जे दिसनों हट गया फिर एक दृष्ट हो गया। जे हले भी दिसता है फिर दो दृष्टि है, क्योंकि जेड़े जीव विश्वास दे नाल ध्यान नहीं लगाउंदे, परमेश्वर दे अगे आपां झूठ नहीं बोल सकते। उत्थे कोई साडी चतुराई नहीं चलदी। ਆਪਾਂ ਤਾਂ ਸਿਰਫ ਇੱਕ ਰਸਤਾ ਦੱਸਦੇ ਹਾਂ ਉਹਦੇ ਹੁਕਮ ਦੇ ਵਿੱਚ ਰਹਿ ਕੇ, ਪਰ ਕਰਨਾ ਸੋ ਹੈ ਆਪਾਂ, ਕਿਉਂਕਿ ਹਰ ਜੀਵ ਆਪਣੇ ਘਰ ਬੈਠਾ ਹੈ, ਸਾਰਿਆਂ ਦੇ ਸਾਹਮਣੇ ਹੀ ਮਾਲਕ ਵਸਦਾ ਹੈ। ਇਸ ਕਰਕੇ ਆਪਾਂ ਅੰਤਰਗਤ ਜਾਣਾ ਹੈ। ਉਸ ਪ੍ਰਭੂ ਦੀ ਸ਼ਰਧਾ ਵੀ ਜਾਂਦੇ ਹਾਂ ਗਿਆਨ ਲੈ ਕੇ, ਤੇ ਜਦੋਂ ਅਸੀਂ ਪੂਰੇ ਵਿਸ਼ਵਾਸ ਦੇ ਨਾਲ ਧਿਆਨ ਲਗਾਉਂਦੇ ਹਾਂ ਤੇ ਫਿਰ ਸਾਨੂੰ ਇੱਕ ਦ੍ਰਿਸ਼ਟ ਕਰ ਦਿੰਦਾ ਹੈ। ਜਿਹੜੇ ਵਿਸ਼ਵਾਸ ਨਹੀਂ ਕਰਦੇ ਚਾਹੇ ਹਰ ਰੋਜ਼ ਕਰੀ ਜਾਣ, ਉਹਨਾਂ ਦਾ ਪ੍ਰਵਾਹ ਨਹੀਂ ਹੁੰਦਾ। ਮਹਾਰਾਜ ਸਮਝਾਉਂਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨ ਕਾ ਥਾਏ ਪਾਵੇ, जिन सतगुर की आज्ञा सत सत कर मानी। ਜਿਹੜੇ ਬਚਨ ਨੂੰ ਸਤ ਕਰਕੇ ਮੰਨਦੇ ਨੇ ਉਹਨਾਂ ਦਾ ਥਾਂ ਪੈਂਦਾ ਹੈ।
ਚਾਹੇ ਗਾਉਂਦੇ ਸਾਰੇ ਨੇ, ਸੁਣਦੇ ਸਾਰੇ ਨੇ, ਪਰ ਜਦ ਤੱਕ ਸੁਣ ਕੇ ਮੰਨਦੇ ਨਹੀਂ, ਪੂਰਾ ਵਿਸ਼ਵਾਸ ਨਹੀਂ ਕਰਦੇ, ਸਾਡਾ ਥਾਂ ਨਹੀਂ ਪੈਂਦਾ। ਇਸ ਕਰਕੇ ਇਸ ਨੂੰ ਸੁਣ ਕੇ ਮੰਨਣਾ ਹੈ, ਭਾਉ ਕਰਨਾ ਹੈ ਮਨ ਦਾ ਇਸ਼ਨਾਨ ਕਰਨਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ। ਸੋ ਸਮ करके देखो अपने आप ਨੂੰ। ਧਿਆਨ ਨੀਚੇ ਲੈ ਜਾਓ, नीचे फर्श तो थले जो भी है उस तो थोड़ा ऊपर देखने की कोशिश करनी है। स्पेस दे विच, निराकार दे विच ते सानू प्रकाश अनुभव होना शुरू हो जाएगा। पानी की तरह, जिवें पानी दी लहरां हुंदियां ने सरोवर दे विच, इदां ही प्रकाश की हलचल सानू अनुभव होनी शुरू हो जाती है। फिर सम करके देखिए अपने आप ਨੂੰ। फिर नीचे ले जाओ ध्यान,
फिर सम करके देखे अपने आप ਨੂੰ। फिर नीचे ले जाओ। सामने लेके आइए ध्यान।
मस्तक दे सामने लै जो पलका उत्ते चुक दो। फिर सामने लेके आइए। नीचे लाए जो ध्यान। सम करके देखिए अपने आप को।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਏਦਾਂ ਜਦੋਂ ਆਪਾਂ ਪਿਆਰ ਪਾਉਂਦੇ ਹਾਂ ਤੇ ਮਾਲਕ ਖੁਸ਼ ਹੁੰਦਾ ਹੈ, ਕਿਉਂਕਿ ਸਾਡੇ ਅੰਦਰ ਇੱਕ ਪਿਆਸ ਲੱਗਦੀ ਹੈ ਦਰਸ਼ਨਾਂ ਦੀ। ਤੇ ਐਸੇ ਜੀਵਾਂ ਤੋਂ ਬਲਿਹਾਰੇ ਜਾਂਦੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ। ਤੇ ਬਲਿਹਾਰੇ ਜਾਂਦੇ ਨੇ। ਜਿਸ ਜਾਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਉਹਨਾਂ ਤੋਂ ਬਲਿਹਾਰੇ ਜਾਂਦੇ ਹਨ। ਸਾਰਿਆਂ ਦੇ ਵਿੱਚੋਂ ਮਾਰੇ ਸਮਝਾਉਂਦੇ ਨੇ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਰ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਕਟ ਕਟ ਚੀਨਾ। ਜਿਨ੍ਹਾਂ ਦਾ ਮਨ ਸਾਰਿਆਂ ਦੀ ਰੀਨਾ ਹੋ ਜਾਵੇ, ਹਮੇਸ਼ਾ ਨੀਚਾ ਦੇਖਦਾ ਰਹੇ, ਸਾਰਿਆਂ ਦੇ ਪੈਰਾਂ ਵੱਲ ਦੇਖਦਾ ਰਹੇ, ਪੈਰਾਂ ਨੂੰ ਛੂੰਹਦਾ ਰਹੇ ਮਨ ਧਿਆਨ, ਨਾ ਕਿ ਸਰੀਰ ਦੁਆਰਾ। ਘਟ ਘਟ ਦੇ ਵਿੱਚ ਬਾਲਕ ਨੂੰ ਦੇਖ ਸਕਦਾ ਹੈ, ਪਰ ਮਨ ਨੀਚਾ ਹੋਵੇ, ਉਹ ਸਭ ਤੋਂ ਉੱਚਾ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਕਟ ਕਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਬੁਰਾਈ ਆਪਣੇ ਮਨ ਵਿੱਚੋਂ ਮਿਟਾ ਦੇਵੇ। ਪੇਖੇ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਸਾਰਿਆਂ ਨੂੰ ਸੱਜਣ ਹੀ ਦੇਖੇ, ਕਿਸੇ ਨੂੰ ਦੁਸ਼ਮਣ ਨਾ ਜਾਣੇ। ਪੇਖੇ ਸਗਲ ਸ੍ਰਿਸ਼ਟ ਸਾਜਨਾ, ਦੁਖ ਸੁਖ ਪਾਪ ਦੇਖਾ ਸਗਲ ਸ੍ਰਿਸ਼ਟ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖਾ ਸਗਲ ਸ੍ਰਿਸ਼ਟ ਸਾਜਨਾ। ਪਾਪ ਪੁੰਨ ਤੋਂ ਨਿਰਲੇਪ ਹੋ ਜਾਵੇ, ਦੁੱਖ ਸੁੱਖ ਤੋਂ ਨਿਰਲੇਪ ਹੋ ਜਾਵੇ। ਦੁਖ ਸੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਦੁੱਖ ਸੁੱਖ ਨੂੰ ਸਮ ਦੇਖੇ, ਪਾਪ ਪੁੰਨ ਤੋਂ ਨਿਰਲੇਪ ਹੋ ਜਾਵੇ। ਐਸਾ ਜੀਵ ਹੈ, ਐਸਾ ਪੁਰਖ ਸਾਰਿਆਂ ਦੇ ਵਿੱਚੋਂ ਪ੍ਰਧਾਨ ਹੈ, ਉਸ ਮਾਲਕ ਦੇ ਨੂੰ ਪਾਉਂਦਾ ਹੈ। ਐਸਾ ਜੀਵ ਫਿਰ ਸਭ ਤੋਂ ਉੱਚੇ ਸਥਾਨ ਤੇ ਪ੍ਰਾਪਤ, ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ, ਸਭ ਤੇ ਉੱਚ ਪਾਇਆ ਸਥਾਨ, ਸਭ ਤੋਂ ਉੱਚਾ ਸਥਾਨ ਪ੍ਰਾਪਤ ਹੋ ਜਾਂਦਾ ਹੈ। ਉੱਚੇ ਮਹਿਲ ਵਿੱਚ ਵਸ ਜਾਂਦਾ ਹੈ। ਕਿਵੇਂ ਵਸਦੇ ਹਾਂ? ਸਾਧੂ ਜਨਾਂ ਦਾ ਸੰਗ ਕਰਕੇ। ਕਿਉਂਕਿ ਜਿਹੜੇ ਪ੍ਰਭੂ ਦੇ ਜਨ ਨੇ, ਪ੍ਰਭੂ ਕੇ ਬਾਰੇ ਸਮਝਾਉਂਦੇ ਨੇ ਕਿ ਜਿਹੜੇ ਹਰੀ ਦੇ ਜਨ ਨੇ, ਉਹ ਸਭ ਤੋਂ ਉੱਚੇ ਥਾਂ ਤੇ ਵਸਦੇ ਨੇ। ਪ੍ਰਭ ਕੇ ਸੇਵਕ ਮਹਿਲ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ। ਪ੍ਰਭ ਕੇ ਸੇਵਕ ਉੱਚ ਤੇ ਉੱਚੇ, ਵੀ ਸਭ ਤੋਂ ਉੱਚੇ ਸਥਾਨ ਤੇ ਉੱਥੇ ਕੋਈ ਦੂਜਾ ਨਹੀਂ ਪਹੁੰਚ ਸਕਦਾ। ਉੱਥੇ ਆਪਾਂ ਕਿਵੇਂ ਜਾਂਦੇ ਹਾਂ? ਸਾਧ ਕੇ ਸੰਗ ਵਸੇ ਥਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸੋ ਸਭ ਤੋਂ ਉੱਚੇ ਸਥਾਨ ਪ੍ਰਾਪਤ ਹੁੰਦਾ ਹੈ। ਆਓ ਇੰਨੇ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।